माफ़ी मंग रहे हैं जी कि लेट हो गया थोड़ा जा, क्योंकि राजपुरे पुल के उत्ते थोड़ा ट्रैफिक लग्या सीगा ते आप रिक्वेस्ट करके उत्थे उतर के पुलिस वालिਆਂ ਨੂੰ थोड़ा जिन्ना कि ट्रैफिक सीगा जिन्ना को करवा सकते सी करवा के तां निकल के इत्थे तक पहुंचे। सो इसलिए माफ़ी तुहाडे सारिਆਂ ਨੂੰ। हाँ जी। Okay, so as we know, we are launching the trailer of the film today. So my request है शॉपिंग की लाइट्स प्लीज ऑफ कर ਦਿੱਤੀਆਂ ਜਾਣ से पहला मीडिया ਨੂੰ ट्रेलर दिखा ਦਿੱਤਾ ਜਾਵੇ। देखो जी, एक तो ये भी सीगा साडे प्रोड्यूसर्स दे जहन दे विच कि डाकू दा मुंडा जिहड़ा टाइटल अपने आप च एक ब्रांड हैगा, क्योंकि जदों साडे पार्ट 1 आया सी तो ब्लॉकबस्टर फिल्म बनी सी, जदों कि इहो जिहा सब्जैक्ट चकना पंजाबी सिनेमे दे विच कोई नहीं सी हत्थ पाउंदा। खास तौर पर सारे यही कहते होंगे कि नशा के उत्ते कदे कोई फिल्म नहीं चलती। सो ये पहली फिल्म सी मेरे ख्याल में जी ब्लॉकबस्टर हुई तो एक अलग तरह का सिनेमा पंजाबी कहने की हिम्मत की। सो बहुत सारे थिएटर के आर्टिस्ट इस फिल्म राही पंजाबी सिनेमे में मिले। तो ये पिछले मोटिव यही सीगा, साडे प्रोड्यूसर ने सोचा कि क्यों ना पर डाकुआं का मुंडा जो टाइटल है वो थले कोई ना कोई हर बार एक इदा का सबजैक्ट लैके आईए जोड़ा कि समाज में कोई ना कोई मैसेज दिता हो, समाज की किसी ना किसी बुराई के उत्ते वो कंट्रास्ट करता हो। सो उस लड़के में असीं ये फिल्म बनाई तो फिर सानू आह किताब मंगा सिंह अंडाल की जीवनी शरारती तत्त, सो जी इन्होंने अपनी ऑटोबायोग्राफी लिखी। मिंटो भाई जी ने ये किताब बारे दसिया साडे प्रोड्यूसर कि इदा करके एक मुंडे ने किताब लिखी है और वो किताब बहुत एप्रीशिएट हो रही है। सो फिर जो असीं किताब पढ़ी तो सानू लग्या कि हाँ ये तो बहुत खूबसूरत फिल्म बनती है। पर इसकी खासियत यह है कि जी असीं पिछली फिल्म की सी डाकुआं दा मुंडा 1 ਉਹਦੇ ਨਾਲ ਟੋਟਲੀ ਡਿਫਰੈਂਟ ਸਟੋਰੀ ਹੈ ਇਹਨਾਂ ਦੀ। ਸੋ ਹਰ ਇਨਸਾਨ ਦੀ ਸਟੋਰੀ ਵੱਖਰੀ ਵੱਖਰੀ ਹੁੰਦੀ ਹੈ। ਸੋ ਸਾਨੂੰ ਲੱਗਿਆ ਵੀ ਕਿ ਯਾਰ ਇਹਦੇ ਵਿੱਚ ਨਵਾਂਪਣ ਵੀ ਹੈਗਾ ਫਿਲਮ ਦੇ ਵਿੱਚ, ਪਰ ਇੱਕ ਬਹੁਤ ਵੱਡਾ ਮੈਸੇਜ ਕਨਵੇ ਕਰਦੀ ਹੈ ਪੂਰੇ ਸਾਡੇ ਸਮਾਜ ਨੂੰ, ਸਾਡੇ ਯੂਥ ਨੂੰ ਇੱਕ ਬਹੁਤ ਚੰਗਾ ਮੈਸੇਜ ਦਿੰਦੀ ਹੈ ਫਿਲਮ। ਜਿਵੇਂ ਕਿ ਇਹਦੇ ਸ਼ੁਰੂਆਤ ਦੇ ਵਿੱਚ ਹੀ ਹੈਗਾ ਕਿ ਜਦੋਂ ਪੈਰ ਗਲਤ ਰਸਤੇ ਉੱਤੇ ਤੁਰਦੇ ਨੇ ਤਾਂ ਅਸੀਸਾਂ ਵੀ ਬਦਦੁਆਵਾਂ ਬਣ ਜਾਂਦੀਆਂ ਨੇ। ਸੋ ਜਿਹੜਾ ਇਹ ਪਾਤਰ ਹੈ ਇਹ ਜਦੋਂ ਗਲਤ ਰਸਤਿਆਂ ਤੇ ਜਾਂਦਾ ਤਾਂ ਇਹਨੂੰ ਬਦਦੁਆਵਾਂ ਹੀ ਮਿਲਦੀਆਂ ਨੇ, ਔਰ ਇਹ ਇਕੱਲਾ ਆਪ ਹੀ ਨਹੀਂ ਸਫਰ ਕਰਦਾ, ਨਾਲ ਨਾਲ ਇਹਦਾ ਪੂਰਾ ਪਰਿਵਾਰ ਸਫਰ ਕਰਦਾ। ਸੋ ਮੈਨੂੰ ਲੱਗਦਾ ਕਿ ਐਜ਼ ਐਨ ਐਕਟਰ ਮੇਰੇ ਲਈ ਵੀ ਇਸ ਲਈ ਚੈਲੰਜ ਸੀਗਾ ਕਿ ਮੈਨੂੰ ਲੱਗਦਾ ਸੀ ਕਿ ਜੇ ਮੈਂ ਇਸ ਕਰੈਕਟਰ ਨੂੰ ਕਰੂੰਗਾ ਕਿ ਪਿੱਛੇ ਮੰਗਾ ਬਾਈ ਜੀ ਦਾ ਮੈਂ ਮਿੰਟੂ ਬਾਈ ਜੀ ਦਾ ਸਾਰੀ ਕਰੈਕਟਰ ਪਲੇ ਕਰਕੇ ਆਇਆ, ਤਾਂ ਮੇਰੇ ਲਈ ਐਜ਼ ਐਨ ਐਕਟਰ ਇੱਕ ਚੈਲੰਜ ਹੈ ਕਿ ਮੈਂ ਆਪਣੇ ਆਪ ਨੂੰ ਪੋਲਿਸ਼ ਕਰ ਸਕਦਾ। ਮੈਂ ਡਿਫਰੈਂਟ ਤਰੀਕੇ ਦਾ ਇੱਕ ਹੋਰ ਨਿਸ਼ਾਨੀ ਪਲੇ ਕਰਨਾ ਚਾਹੁੰਦਾ ਸੀਗਾ। ਸੋ ਇਸ ਕਰਕੇ ਮੈਨੂੰ ਮੇਰਾ ਇੰਟਰਸਟ ਇਸ ਫਿਲਮ ਦੇ ਵਿੱਚ ਸੀ ਕਿ ਮੈਂ ਕਰਨੀ ਹੈ। ਤੇ ਬਾਕੀ ਤੁਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਹੀ ਹੈ ਜੀ ਟ੍ਰੇਲਰ ਨੂੰ, ਤੇ ਗਾਣੇ ਵੀ ਐਪਰੀਸ਼ੀਏਟ ਹੋ ਰਹੇ ਨੇ। ਔਰ ਇਹ ਮੇਰਾ ਵਾਅਦਾ ਕਿ ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਨਿਕਲੋਗੇ, ਟ੍ਰੇਲਰ ਦੇ ਵਿੱਚ ਕਈ ਵਾਰ ਸਾਨੂੰ ਕੁਝ ਸੀਨ ਇੱਦਾਂ ਦੇ ਪਾਉਣੇ ਪੈਂਦੇ ਕਿ ਸਾਨੂੰ ਆਪਣੀ ਆਡੀਅנס ਦਾ ਵੀ ਖਿਆਲ ਰੱਖਣਾ ਪੈਂਦਾ, ਪਰ ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਨਿਕਲੋਗੇ ਤਾਂ ਮੇਰੇ ਖਿਆਲ 'ਚ ਤੁਸੀਂ ਦੁਆਵਾਂ ਦਿੰਦੇ ਹੀ ਬਾਹਰ ਨਿਕਲੋਗੇ ਮੇਕਰਸ ਨੂੰ ਇਹ ਫਿਲਮ ਦੇਖਣ ਤੋਂ ਬਾਅਦ ਜੀ। ਤੇ ਜਪਜੀ ਖੈਰ ਮੈਮ ਵੀ ਇਸ ਫਿਲਮ ਦੇ ਵਿੱਚ ਇੱਕ ਬਹੁਤ ਹੀ ਅੱਛਾ ਕੈਰੈਕਟਰ ਜਿਹੜਾ ਪਲੇ ਕੀਤਾ। ਨਾਰਮਲੀ ਅਗਰ ਆਪਾਂ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਨਾ ਤਾਂ ਸਟਾਰਟਿੰਗ ਦੇ ਵਿੱਚ ਕਿਤੇ ਨਾ ਕਿਤੇ ਫਿਲਮ ਦਾ ਟ੍ਰੇਲਰ ਨਾ ਬਾਲੀਵੁੱਡ ਦੀ ਹਿੱਟ ਫਿਲਮ ਕਬੀਰ ਸਿੰਘ ਦੀ ਯਾਦ ਦਿਲਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਇੱਕ ਇੰਟੈਂਸ ਲਵ ਸਟੋਰੀ ਸੀ ਕਿ ਉਹ ਕਿਸੇ ਹੋਰ ਦੀ ਨੂੰ ਹੋਣ ਦੇਣਾ ਚਾਹੁੰਦਾ ਸੀ। ਤਾਂ ਇੱਕ ਕਹਾਣੀ ਕਿਤੇ ਨਾ ਕਿਤੇ ਰਿਲੇਟੇਬਲ ਲੱਗਦੀ ਹੈ, ਲੇਕਿਨ ਪੰਜਾਬ ਦਾ ਜੋ ਨਸ਼ਿਆਂ ਦਾ ਮੁੱਦਾ ਉਹ ਕਿਸੇ ਵੀ ਲਵ ਸਟੋਰੀ ਨਾਲੋਂ ਵੱਡਾ ਹੈ, ਤਾਂ ਉਹ ਇਸ ਫਿਲਮ ਨੂੰ ਓਵਰਸ਼ੈਡੋ ਕਰ ਦਿੰਦਾ ਹੈ। ਬਟ ਜਿਹੜਾ ਇਸ ਫਿਲਮ ਦੇ ਵਿੱਚ ਕੁੜੀ ਦਾ ਕਿਰਦਾਰ ਉਹ ਸਿਰਫ ਇੱਕ ਆਈ ਕੈਂਡੀ ਦੇ ਤੌਰ ਤੇ ਨਹੀਂ ਹੈ, ਦਿਖਾਉਂਦਾ ਕਿ ਕਿਸ ਤਰ੍ਹਾਂ ਕੁੜੀ ਵਾਕਈ ਹੀ ਕਿਸੇ ਦੀ ਜ਼ਿੰਦਗੀ ਜਿਹੜੀ ਉਹ ਬਦਲ ਸਕਦੀ ਹੈ। ਸੋ ਇਸ ਲਾਈਕ ਦਾ ਜਿਹੜਾ ਰੀਅਲ ਲਾਈਫ ਕੈਰੈਕਟਰ ਹੈ ਮੰਗਾ ਜੀ ਦੀ ਜਿਹੜੀ ਰੀਅਲ ਵਾਈਫ ਹੈ, ਤੁਸੀਂ ਉਹਨਾਂ ਨੂੰ ਮਿਲੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਇਸ ਕਿਰਦਾਰ ਦੀ ਤਿਆਰੀਆਂ ਕੀਤੀਆਂ? जी बिल्कुल, सब तो पहला तो सारे सत श्री अकाल। मैं बहुत ब्लैसड फील कर रही कि मैं इस इन्ने सोने सुनहरे का हिस्सा बनी। मैं हमेशा चाहती सी कि ड्रग एडिक्ट्स वास्ते जेडे नशे के पीड़ित ने उन्होंने मैं कुछ करा, कोई अवेयरनेस फैलावा ताकि वो इन्होंने रस्तियों से ना चलन। बट मैं अपने आप को खुश नसीब समझती हूँ कि अपने आर्ट के क्राफ्ट के थ्रू इस माध्यम के राही ये सुनेहा जरा सी लैके आए हैं कि उन्होंने तक पहुँचेगा और बहुत सारिया जिंदगियाँ बदलनिया या गलत रस्तियां से चलन तो पहला वो एक बार अगर फिल्म देख लें तो उन्होंने एहसास हो जाएगा कि की कॉन्सिक्वेंसिस होंदियां ने। सो अगर एक भी लाइफ बदलती है तो असी समझांगे कि असी अपने मकसद के विच मुकम्मल होए हैं। बाकी जिदा तुसी अमृत जी की गल की जी कि मैं उन्होंने वाइफ का रोल प्ले कर रही हाँ, मैं उन्होंने मिली हाँ, मैं उन्होंने सलूट कर रही हाँ कि उन्होंने एक जिंदगी बचाई है। अमृत ने सेम ही नाम है फिल्म के मेरा भी अमृत, तो रियल लाइफ भी उन्होंने अमृत ही है। सो बहुत ही प्यारी सोल ने
ਸੱਚੀ ਮੁਹੱਬਤ ਇਹਨੂੰ ਕਹਿੰਦੇ ਨੇ। ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਕਿ ਤੁਸੀਂ ਕਦੀ ਇਹ ਸੋਚਿਆ ਨਹੀਂ ਕਿ ਮੈਂ ਛੱਡ ਦੇਵਾਂ? ਇੰਨੇ ਸਾਲ ਤੁਸੀਂ ਜੂਝਦੇ ਰਹੇ ਹੋ ਆਪਣੇ ਹਸਬੈਂਡ ਨਾਲ ਕਿ ਇਹ ਨਸ਼ੇ ਨਹੀਂ ਛੱਡਦਾ, ਝੂਠ ਬੋਲਦੇ ਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬਟ ਤੁਸੀਂ ਕਦੀ ਫਰਸਟ੍ਰੇਟ ਨਹੀਂ ਹੋਏ? ਕਹਿੰਦੇ ਨਹੀਂ, ਮੈਨੂੰ ਗੁਰਬਾਣੀ ਤੇ ਪੂਰਾ ਯਕੀਨ ਸੀ ਕਿ ਇਹ ਨਾ ਇੱਕ ਦਿਨ ਠੀਕ ਹੋ ਜਾਣਗੇ, ਪੋਜ਼ਿਟਿਵਿਟੀ ਸੀ। ਸੋ ਮੈਂ ਆਪਣੇ ਨੂੰ ਖੁਸ਼ ਨਸੀਬ ਸਮਝਦੀ ਕਿ ਇਸ ਕੈਰੈਕਟਰ ਜਦੋਂ ਮੈਂ ਨਿਭਾ ਰਹੀ ਸੀ, ਅਸੀਂ ਤਾਂ ਸਕਰੀਨ ਤੇ ਜਦੋਂ ਨਿਭਾਉਂਦੇ ਆ ਤੇ ਕਰਕੇ ਉੱਥੇ ਛੱਡ ਦਿੰਦੇ ਆ, ਬਟ ਇਹ ਤਾਂ ਉਹ ਸਾਰੇ ਸਾਲ ਇਹਨਾਂ ਨੇ ਸੰਘਰਸ਼ ਕੀਤਾ ਔਰ ਇਹ ਨਹੀਂ ਸੀ ਪਤਾ ਕਿ ਇਹਦਾ ਰਿਜ਼ਲਟ ਵਾਕਈ ਹੀ ਪੋਜ਼ਿਟਿਵ ਹੋਊਗਾ ਕਿ ਨਹੀਂ, ਬਟ ਇੱਕ ਉਮੀਦ ਸੀ, ਇੱਕ ਗੁਰਬਾਣੀ ਤੇ ਵਿਸ਼ਵਾਸ ਸੀ ਕਿ ਨਹੀਂ ਇਹ ਠੀਕ ਹੋ ਜਾਣਗੇ। ਸੋ ਫਾਈਨਲੀ ਉਹ ਠੀਕ ਹੋ ਗਏ ਔਰ ਅੱਜ ਉਹ ਉਹਨਾਂ ਤੇ ਫਿਲਮ ਬਣੀ ਆ। ਸੋ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਡਰੱਗਸ ਨੂੰ ਲੈ ਕੇ ਇਸ ਰਸਤੇ ਤੇ ਚੱਲ ਰਹੇ ਨੇ ਉਹ ਪਲੀਜ਼ ਇੱਕ ਵਾਰੀ, ਉਹ ਸਿਰਫ ਉਹੀ ਨਹੀਂ ਜਿਹੜੇ ਆਮ ਇਨਸਾਨ ਵੀ ਆ, ਆਪਾਂ ਜਿਹੜੇ ਡਰੱਗਸ ਨਾਲ ਰਿਲੇਟਡ ਨਹੀਂ ਵੀ ਆ, ਆਈ ਥਿੰਕ ਆਪਣਾ ਵੀ ਫਰਜ਼ ਬਣਦਾ ਆ ਕਿ ਆਪਾਂ ਆਪਣੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਉਹਦੇ ਪ੍ਰਤੀ ਆਪਣੇ ਵੀ ਬਹੁਤ ਸਾਰੇ ਫਰਜ਼ ਨੇ, ਤਾਂ ਕਿ ਜਿਹੜਾ ਆਪਣਾ ਭਾਈਚਾਰਾ, ਜਿਹੜੀ ਸੁਸਾਇਟੀ 'ਚ ਆਪਾਂ ਰਹਿੰਦੇ ਆ, ਉਹਨਾਂ ਦੀ ਮਦਦ ਕੀਤੀ ਜਾਵੇ। ਤਾਂ ਇਹ ਫਿਲਮ ਜਿਹੜੀ ਹੈ ਬਹੁਤ ਸੋਹਣੀ ਅਵੇਅਰਨੈਸ ਫੈਲਾਉਂਦੀ ਹੈ ਕਿ ਆਪਾਂ ਕੀ ਹੈਲਪ ਕਰ ਸਕਦੇ ਹਾਂ ਜਿਨ੍ਹਾਂ ਨੂੰ ਡਰੱਗ ਐਡਿਕਸ਼ਨ ਆ, ਜਾਂ ਆਪਣੀ ਸੁਸਾਇਟੀ ਨੂੰ ਸਾਫ਼ ਰੱਖਣ ਲਈ ਆਪਣੇ ਕੀ ਫਰਜ਼ ਬਣਦੇ ਨੇ। ਸੋ ਬਹੁਤ ਸੋਹਣਾ ਸੁਨੇਹਾ ਇਸ ਫਿਲਮ 'ਚ ਦੇਖਣ ਨੂੰ ਮਿਲੇਗਾ ਤੇ ਉਮੀਦ ਕਰਦੀ ਕਿ ਆਪਣੀਆਂ ਰਿਸਪੌਂਸਿਬਿਲਿਟੀਜ਼ ਤੇ ਆਪਾਂ ਖੜੇ ਉਤਰਾਂਗੇ ਐਜ਼ ਅ ਸਿਟੀਜ਼ਨ, ਕਿ ਫੈਲੋ ਜਿਹੜਾ ਆਪਣਾ ਹੈਗਾ ਹਿਊਮਨ ਬੀਇੰਗ, ਇਨਸਾਨੀਅਤ ਦੇ ਨਾਮ ਤੇ ਉਹਦੀ ਕੀ ਮਦਦ ਕਰ ਸਕਦੇ, ਕਿਉਂਕਿ ਬਹੁਤ ਹੀ ਅਨਮੁੱਲਾ ਜੀਵਨ ਆ ਤੇ ਇਹਨੂੰ ਆਪਾਂ ਇੱਦਾਂ ਨਾ ਗਵਾਈਏ ਨਸ਼ਿਆਂ ਦੇ ਵਿੱਚ। ਥੈਂਕ ਯੂ। ਦੈਟਸ ਨਾਈਸ। ਓਕੇ, ਸੋ ਫਿਲਮ ਦੇ ਮੇਨ ਵਿਲਨ ਇਰਫਾਨ ਖੁੱਲਰ ਜੀ ਸਾਡੇ ਨਾਲ ਨੇ। ਫਿਲਮ ਦੇ ਅਸੀਂ ਸਕਰੀਨ ਤੇ ਤਾਂ ਵੇਖ ਹੀ ਰਹੇ ਹੋ ਕਿ ਬਹੁਤ ਸਾਰੀ ਡਿਸਕਸ਼ਨ ਹੋ ਰਹੀ ਹੈ ਤੇ ਇਸ ਟਾਈਮ ਤੁਸੀਂ ਇੰਨਾ ਹੀ ਇੰਟੈਂਸ ਸਪੇਸ ਬਣਾ ਕੇ ਬੈਠੇ ਹੋ ਤੇ ਲੱਗ ਰਿਹਾ ਕਿ ਵਾਕਈ ਮਤਲਬ ਜਿਹੜਾ ਸਾਡਾ ਡਾਕੂਆਂ ਦਾ ਮੁੰਡਾ ਉਹਨਾਂ ਦੇ ਨਾਲ ਕਾਫੀ ਲੜਾਈ ਵੀ ਹੋ ਕੇ ਹਟੀ ਹੈ। ਲੇਕਿਨ ਗੱਲ ਕਰੀਏ ਫਿਲਮ ਦੀ, ਜਦੋਂ ਆਪਾਂ ਸਕਰੀਨ ਤੇ ਇੱਕ ਵਿਲਨ ਦਾ ਕਿਰਦਾਰ ਨਿਭਾਉਂਦੇ ਆ ਨਾ, ਮੈਂ ਤੁਹਾਨੂੰ ਪਹਿਲਾਂ ਕਰੈਕਟ ਪਹਿਲਾਂ ਤਾਂ ਦੇਖੀ ਜੀ ਆਇਆ ਨੂੰ ਸਾਰਿਆਂ ਨੂੰ, ਤੁਹਾਨੂੰ ਥੋੜਾ ਕਰੈਕਟ ਕਰ ਦਿਆਂ ਕਿ ਮੈਂ ਵਿਲਨ ਨਹੀਂ ਹੈਗਾ, ਅਸੀਂ ਇੱਕੋ ਹੀ ਟੀਮ ਹੈ ਸਾਡੀ ਫਿਲਮ ਦੇ ਵਿੱਚ। ਤੇ ਤੁਹਾਡਾ ਸਵਾਲ ਸੀ, ਆਪਣਾ ਸਵਾਲ ਜੀ ਪੁੱਛੋ। ਕਿ ਵਿਲਨ ਇਨ ਦਾ ਸੈਂਸ ਕਿ ਅਗਰ ਆਪਾਂ ਡਾਕੂਆਂ ਦੇ ਮੁੰਡੇ ਨੂੰ ਐਜ਼ ਅ ਹੀਰੋ ਲੈ ਰਹੇ ਕਿ ਉਹ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਸੁਧਰਨ ਦੀ ਕੋਸ਼ਿਸ਼ ਅਗਰ ਕਰਦੇ ਨੇ ਤਾਂ ਕੋਈ ਨਾ ਕੋਈ ਲੱਤ ਤਾਂ ਖਿੱਚਦਾ ਹੀ ਹੈ, ਤੇ ਆਪਾਂ ਉਹਨੂੰ ਥੋੜਾ ਗ੍ਰੇ ਸ਼ੇਡ ਕਿਰਦਾਰ ਜਿਹੜਾ ਕਹਿੰਦੇ ਨਾ, ਮਤਲਬ ਕਿ ਗ੍ਰੇ ਸ਼ੇਡ ਉਹ ਵੀ ਨਿਭਾ ਰਹੇ ਨੇ ਫਿਲਮ ਦੇ ਵਿੱਚ। ਸੋ ਗੱਲ ਕਰੀਏ ਤੁਹਾਡੇ ਕਿਰਦਾਰ ਦੀ ਤਾਂ ਇੱਕ ਪਤਾ ਹੁੰਦਾ ਹੈ ਕਿ ਹੀਰੋ ਦੀ ਇਮੇਜ ਹਰ ਕੋਈ ਲੈ ਕੇ ਚੱਲਦਾ ਕਿ ਦੇਵ ਕਰੋੜ ਇਸ ਫਿਲਮ ਦਾ ਹੀਰੋ ਹੈ, ਦੈਨ ਹੀਰੋ ਦੇ ਆਪੋਜ਼ਿਟ ਜਿਹੜਾ ਹੁੰਦਾ ਉਹਨੂੰ ਆਪਾਂ ਵਿਲਨ ਕੰਸੀਡਰ ਕਰਦੇ ਹਾਂ ਤੇ ਫੈਨਸ ਵੀ ਉਸ ਤਰ੍ਹਾਂ ਹੀ ਉਸ ਕੈਰੈਕਟਰ ਦੇ ਨਾਲ ਰਿਲੇਟ ਕਰਦੇ ਨੇ। ਲੇਕਿਨ ਬਹੁਤ ਸਾਰੇ ਐਸੇ ਕੈਰੈਕਟਰ ਨੇ ਜੋ ਹੀਰੋ ਦੇ ਐਂਟੀ ਹੁੰਦੇ ਨੇ ਤਾਂ ਲੋਕ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਕੈਰੈਕਟਰ ਤੇ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਤੇ ਲੋਕਾਂ ਨੂੰ ਐਕਟਿੰਗ ਜਿਹੜੀ ਉਹ ਇੰਟੈਂਸਿਟੀ ਜਿਹੜੀ ਉਹ ਪਸੰਦ ਆਉਂਦੀ ਹੈ। ਸੋ ਤੁਸੀਂ ਆਪਣੇ ਕਿਰਦਾਰ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਹੈ? ਨਹੀਂ, ਐਕਚੁਅਲੀ ਇੱਕ ਤਾਂ ਜਿਹੜਾ ਮੇਰਾ ਕਿਰਦਾਰ ਆ ਉਹ ਵਿਲਨ ਦਾ ਨਹੀਂ ਹੈ, ਵਿਲਨ ਸਾਡੀ ਫਿਲਮ ਦਾ ਕੋਈ ਹੋਰ ਹੈ, ਹੋਰ ਵਿਲਨ ਨੇ। ਤੇ ਮੈਂ ਬੇਸਿਕਲੀ ਜਿਹੜਾ ਮੇਰਾ ਜਿਹੜਾ ਕਿਰਦਾਰ ਹੈ ਮੈਂ ਉਹਦੇ ਬਾਰੇ ਨਹੀਂ ਦੱਸਣਾ ਚਾਹੂੰਗਾ ਕਿ ਇੱਕ ਸਰਪ੍ਰਾਈਜ਼ ਪੈਕੇਜ ਹੈ ਮੇਰੇ ਹਿਸਾਬ ਨਾਲ। ਔਰ ਮੈਂ ਫਿਲਮ ਬਾਰੇ ਗੱਲ ਕਰਨਾ ਚਾਹੂੰਗਾ ਕਿਉਂਕਿ ਮਿੰਟੂ ਵੀਰ ਬੈਠੇ ਨੇ, ਜਿਹੜੀ ਪਹਿਲਾ ਪਾਰਟ ਹੈ ਡਾਕੂਆਂ ਦਾ ਮੁੰਡਾ, ਉਹਨੇ ਸਾਡੇ ਸਿਨੇਮੇ ਨੂੰ ਇੱਕ ਨਵਾਂ ਲੈਵਲ ਦਿੱਤਾ ਸੀ, ਕਿਉਂਕਿ ਕੁਝ ਸਬਜੈਕਟ, ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਕਹਿਣ ਵਾਸਤੇ ਹਿੰਮਤ ਕਰਨੀ ਚਾਹੀਦੀ। ਫਿਰ ਜਦੋਂ ਡਾਕੂਆਂ ਦਾ ਮੁੰਡਾ ਬੁੱਕ ਬਾਰੇ ਇੰਨਾ ਸੁਣਿਆ ਸੀ, ਫਿਰ ਉਹਨੂੰ ਜਦੋਂ ਲਿਟਰੇਚਰ ਸਿਨੇਮੇ ਦੇ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ ਔਰ ਜਦੋਂ ਆਡੀਅנס ਨੂੰ ਐਕਸੈਪਟ ਕਰਦੀ ਹੈ, ਉਸ ਤੋਂ ਮਤਲਬ ਅਸੀਂ ਕਹਿੰਦੇ ਹਾਂ ਕਿ ਸਾਡੀ ਆਡੀਅנס ਚੰਗੀਆਂ ਚੀਜ਼ਾਂ ਨੂੰ ਹੁੰਗਾਰਾ ਨਹੀਂ ਭਰਦੀ, ਪਰ ਚੰਗੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਬਣਾਉਣਾ ਪੈਂਦਾ। ਤੇ ਉਹਦੇ ਲਈ ਜਦੋਂ ਪੈਸਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਤੇ ਪੈਸਾ ਜਦੋਂ ਪ੍ਰੋਡਿਊਸਰ ਹਿੰਮਤ ਕਰਦੇ ਆ ਵੀ ਹਾਂ ਵੀ ਚਲੋ ਦੇਖੀ ਜਾਊਗਾ ਪੈਸਾ ਚੀਜ਼ ਤੇ ਆਪਾਂ ਪੈਸਾ ਲਾਉਣੇ, ਤਾਂ ਉਹਦੇ ਲਈ ਮੈਂ ਡ੍ਰੀਮ ਡਾਇਰੈਕਟਰ ਨੂੰ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪਹਿਲਾ ਜਿਹੜਾ ਸਟੈਪ ਲਿਆ ਸੀਗਾ ਉਹ ਕਾਮਯਾਬ ਹੋਏ। ਫਿਰ ਮੰਗਾ ਫਿਰ ਉਹਨਾਂ ਦੀ ਜਿਹੜੀ ਜਦੋਂ ਮੈਂ ਫਿਲਮ ਕਰ ਰਿਹਾ ਸੀ, ਜਦੋਂ ਮੈਂ ਸਕ੍ਰਿਪਟ ਪੜ੍ਹੀ ਪੂਰੀ, ਤੇ ਮੈਂ ਉਹਨਾਂ ਚੀਜ਼ਾਂ ਨੂੰ ਜਦੋਂ ਜਾਣਿਆ, ਉਹਨਾਂ ਦੀ ਜ਼ਿੰਦਗੀ ਨੂੰ ਸਮਝਿਆ। ਇੱਕ ਕਿਉਂਕਿ ਮੇਰੇ ਵੀ ਕੁਝ ਦੋਸਤ ਜਿਹੜੇ ਇਸ ਨਸ਼ਿਆਂ ਵਾਲੀ ਜ਼ਿੰਦਗੀ ਤੋਂ ਨਿਕਲ ਚੁੱਕੇ ਨੇ ਔਰ ਕਿਵੇਂ ਬਹੁਤ ਇੰਟੈਲੀਜੈਂਟ ਲੋਕ ਨੇ ਸਾਰੇ ਦੇ ਸਾਰੇ, ਮਤਲਬ ਕੋਈ ਇਹ ਨਹੀਂ ਕਿਉਂਕਿ ਤੁਸੀਂ ਦੇਖੋ ਵੀਰ ਨੇ ਬੁੱਕ ਲਿਖੀ, ਮਿੰਟੂ ਵੀਰ ਨੇ ਜਾਂ ਮੰਗੇ ਵੀਰ ਨੇ, ਪਰ ਇਹ ਕਿਤਾਬਾਂ ਲੋਕਾਂ 'ਚ ਇੰਨੀਆਂ ਪਪੂਲਰ ਹੋ ਗਈਆਂ ਸੀਗੀਆਂ, ਲੋਕਾਂ ਨੂੰ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਹਨਾਂ ਕਿਤਾਬਾਂ ਨੇ ਸੇਧ ਦਿੱਤੀ। ਤਾਂ ਉਹ ਜਦੋਂ ਇਹ ਪਰਦੇ ਦੀਆਂ ਚੀਜ਼ਾਂ ਜਦੋਂ ਆਉਂਦੀਆਂ ਪਰਦੇ ਦੇ, ਕਿਉਂਕਿ ਸਿਨੇਮਾ ਸਾਡਾ ਗੱਲ ਕਹਿਣ ਦਾ ਸਾਡਾ ਮਾਧਿਅਮ ਹੈ, ਅਸੀਂ ਸਿਨੇਮੇ ਦੇ ਥਰੂ ਜਦੋਂ ਮਨੋਰੰਜਨ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਹੱਸਣਾ ਖੇਡਣਾ ਰੋਣਾ ਧੋਣਾ ਸਭ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਬਟ ਮਨੋਰੰਜਨ ਦੇ ਥਰੂ ਅਸੀਂ ਆਪਣਾ ਸੁਨੇਹਾ ਸਮਾਜ
ਸਾਡਾ ਅਸੀਂ ਸਮਾਜ ਦਾ ਹਿੱਸਾ ਹਾਂ, ਸਾਡੇ ਤੋਂ ਹੀ ਸਮਾਜ ਬਣਦਾ ਹੈ, ਤਾਂ ਸਾਡੇ ਸਮਾਜ ਪ੍ਰਤੀ ਕੁਝ ਫਰਜ਼ ਬਣਦੇ ਆ। ਤਾਂ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਇਸ ਸਬਜੈਕਟ ਦੇ ਨਾਲ, ਇਸ ਪ੍ਰੋਜੈਕਟ ਦੇ ਨਾਲ ਜੁੜ ਕੇ। ਔਰ ਮੈਂ ਉਮੀਦ ਕਰਦਾ ਕਿਉਂਕਿ ਜਦੋਂ ਵਾਕਈ ਜਿਵੇਂ ਦੇਵਵੀਰ ਨੇ ਕਿਹਾ ਕਿ ਤੁਸੀਂ ਸਿਨੇਮੇ ਤੋਂ ਬਾਹਰ ਨਿਕਲੋਗੇ ਫਿਲਮ ਦੇਖ ਕੇ ਤੁਹਾਨੂੰ ਖੁਸ਼ੀ ਮਹਿਸੂਸ ਹੋਊਗੀ। ਔਰ ਜਦੋਂ ਕੋਈ ਬਾਲੀਵੁੱਡ ਜਾਂ ਹੋਰ ਕੋਈ ਵੀ ਲੈਂਗੁਏਜ ਦੀ ਫਿਲਮ ਦੀ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਡਾ ਸਿਨੇਮਾ ਵੀ ਆਪਣਾ ਮਿਆਰ ਉੱਪਰ ਨੂੰ ਲੈ ਕੇ ਜਾ ਰਿਹਾ। ਔਰ ਇਹ ਫਿਲਮ ਉਹਦੇ ਤੋਂ ਬਹੁਤ ਵੱਡਾ ਯੋਗਦਾਨ ਰੱਖਦੀ ਹੈ। ਥੈਂਕ ਯੂ ਸੋ ਮਚ ਜੀ। ਤੇ ਪ੍ਰੀਤਪਾਲ ਜੀ ਸਾਡੇ ਨਾਲ ਮੌਜੂਦ ਨੇ। ਆਪਾਂ ਜਦੋਂ ਕਿਸੇ ਫਿਲਮ ਦੇ ਸਬਜੈਕਟ ਦੀ ਗੱਲ ਕਰਦੇ ਹਾਂ ਤਾਂ ਹਰ ਫਿਲਮ ਦੀ ਸਕ੍ਰਿਪਟ ਦੇ ਵਿੱਚ ਵੱਖਰੇ ਵੱਖਰੇ ਕਿਰਦਾਰ ਹੁੰਦੇ, ਹਰ ਕਿਰਦਾਰ ਦਾ ਆਪਣਾ ਆਪਣਾ ਇੱਕ ਰੋਲ ਹੁੰਦਾ, ਆਪਣਾ ਇੱਕ ਕੰਮ ਹੁੰਦਾ ਹੈ। ਲੇਕਿਨ ਜੋ ਉਸ ਕਿਰਦਾਰ ਨੂੰ ਨਿਭਾ ਰਿਹਾ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਉਸਨੇ ਉਸ ਕਿਰਦਾਰ ਲਈ ਕਿੰਨੀ ਜਾਨ ਪਾਈ ਹੈ, ਉਸਦੇ ਲਈ ਕਿੰਨੀ ਤਿਆਰੀ ਕੀਤੀ ਹੈ ਤੇ ਉਹ ਆਪਣੇ ਉਸ ਕਿਰਦਾਰ ਨੂੰ ਕਿਸ ਤਰ੍ਹਾਂ ਲੋਕਾਂ ਦਾ ਕਈ ਵਾਰ ਬਹੁਤ ਛੋਟੇ ਕਿਰਦਾਰ ਜਾਂ ਬਹੁਤ ਵੱਡੇ ਕਿਰਦਾਰ ਨਾ ਲੋਕਾਂ ਦੇ ਦਿਲ ਦੇ ਵਿੱਚ ਵਸ ਜਾਂਦੇ ਨੇ। ਸੋ ਤੁਸੀਂ ਆਪਣੇ ਇਸ ਕਿਰਦਾਰ ਨੂੰ ਕਿਸ ਤਰ੍ਹਾਂ ਵੇਖਦੇ ਹੋ? ਮੈਂ ਜੀ ਇਸ ਕਿਰਦਾਰ ਨੂੰ ਸਿਰਫ ਇੱਕ ਕਿਰਦਾਰ ਵਜੋਂ ਵੇਖਿਆ। ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਂ ਜੇ ਉਸ ਜਗ੍ਹਾ ਹੁੰਦਾ ਤਾਂ ਕੀ ਕਰਦਾ। ਮੇਰੇ ਲਈ ਲਰਨਿੰਗ ਇਹੀ ਸੀਗੀ ਕਿ ਸਿਰਫ ਉਸ ਕੈਰੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਮੈਂ ਜਿਸ ਦਿਨ ਆਪਾਂ ਫਿਲਮ ਸ਼ੂਟ ਸ਼ੁਰੂ ਹੋਇਆ ਸੀ, ਪਹਿਲਾ ਦਿਨ ਸੀਗਾ ਸ਼ੂਟ ਦਾ, ਮੈਂ ਉਸ ਦਿਨ ਵੀ ਇਹ ਗੱਲ ਕਿਹਾ ਸੀਗਾ ਕਿ ਦਿਸ ਇਜ਼ ਦੇਵ ਬਾਈਜ਼ ਫਿਲਮ। ਇਹਨਾਂ ਦੀ ਫਿਲਮ ਹੈ ਤੇ ਇਹਨਾਂ ਦੀ ਫਿਲਮ ਹੈ, ਇਹ ਇਹਨਾਂ ਦੀ ਸਟੋਰੀ ਹੈ। ਆਪਾਂ ਸਾਰੇ ਜਿੰਨੇ ਵੀ ਇੱਥੇ ਬੈਠੇ ਆ, ਤੁਸੀਂ ਵੀ ਕਿਤੇ ਨਾ ਕਿਤੇ ਹਰ ਲੈਵਲ ਤੇ ਆਪਾਂ ਸਾਰੇ ਸਟੋਰੀ ਟੈਲਰਸ ਹਾਂ ਸਾਰੇ। ਇਹ ਕਹਾਣੀ ਆਪਾਂ ਸੁਣਾਣੀ ਹੈ, ਕਹਾਣੀ ਦੇ ਜ਼ਰੀਏ ਆਪਾਂ ਜੇ ਸਮਾਜ ਵਿੱਚ ਕੁਝ ਚੰਗਾ ਦੇ ਸਕਦੇ ਆ ਤਾਂ ਉਹ ਸਾਡੀ ਪ੍ਰਾਪਤੀ ਹੈ। ਉਸ ਦਿਨ ਵੀ ਮੈਂ ਇਹੀ ਗੱਲ ਕਹੀ ਸੀ ਕਿ ਦੇਵ ਬਾਈ ਦੀ ਫਿਲਮ ਹੈ, ਉਹਨਾਂ ਦਾ ਕਿਰਦਾਰ ਜਿਹੜਾ ਹੈ ਉਹਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਜਿੰਨੇ ਅਸੀਂ ਬਾਕੀ ਨਾਲ ਹੈਗੇ ਆ, ਸਾਡਾ ਫਰਜ਼ ਬਣਦਾ ਕਿ ਜਿਹੜਾ ਜੁਮਾ ਚੱਕਿਆ ਸਾਰਿਆਂ ਨੇ ਕਿ ਸਮਾਜ ਵਿੱਚ ਕੋਈ ਚੰਗੀ ਚੀਜ਼ ਲੈ ਕੇ ਆਉਣੀ ਤਾਂ ਆਪਣਾ ਆਪਣਾ ਕਿਰਦਾਰ ਪਲੇ ਕੀਤਾ ਹੋਇਆ। ਤਾਂ ਮੇਰੀ ਤਿਆਰੀ ਬੇਸਿਕਲੀ ਇਹੀ ਸੀਗੀ ਕਿ ਉਹ ਕਰੈਕਟਰ ਨੂੰ ਸਮਝਣਾ ਕਿ ਉਹਨਾਂ ਦੀ ਜੀਵਨੀ ਕਿੱਦਾਂ ਦੀ ਸੀਗੀ, ਕਿਉਂਕਿ ਇਹਨਾਂ ਦੇ ਗਰੁੱਪ 'ਚ ਥੋੜ੍ਹਾ ਜਿਹਾ ਉਹ ਸੀਗਾ ਜਿਵੇਂ ਟ੍ਰੇਲਰ 'ਚ ਪਤਾ ਲੱਗ ਰਿਹਾ ਥੋੜ੍ਹਾ ਵਕਤ ਸੀਗਾ ਜਿਹਦਾ ਥੋੜ੍ਹਾ ਜਿਹਾ ਉਸ ਪਾਸੋਂ ਸੋਚ ਨੂੰ ਰੋਕ ਲਿਆ ਸੀ ਆਪਣੇ ਆਪ ਨੂੰ। ਤੇ ਇਸ ਕਰਕੇ ਉਹਦੀ ਤਿਆਰੀ ਮੇਰੇ ਲਈ ਥੋੜ੍ਹੀ ਜਿਹੀ, ਕਿਉਂਕਿ ਮੇਰਾ ਵੈਸੇ ਵੀ ਸੁਭਾਅ ਥੋੜ੍ਹਾ ਇੱਦਾਂ ਦਾ ਕਿ ਮੈਂ ਘੱਟ ਬੋਲਦਾ ਤੇ ਡੋਸਾਈਲ ਨਾਲ ਥੋੜ੍ਹਾ ਜਿਹਾ ਮੈਂ ਕੋਸ਼ਿਸ਼ ਕੀਤੀ ਕਿ ਉਹ ਚੀਜ਼ ਨੂੰ ਕਿਤੇ ਨਾ ਕਿਤੇ ਮਾੜੀ ਜਿਹੀ ਇਨੋਸੈਂਸ ਉਸ ਬੰਦੇ 'ਚ ਦੇਖ ਜਾਵੇ ਤਾਂ ਮੈਨੂੰ ਲੱਗਦਾ ਸੀ ਕਿ ਮੇਰਾ ਕੰਮ ਪੂਰਾ ਹੋ ਗਿਆ ਉਸ ਚੀਜ਼ ਦਾ। ਬਾਕੀ ਇਸ ਫਿਲਮ ਦੀ ਜੇ ਆਪਾਂ ਗੱਲ ਕਰੀਏ ਓਵਰਆਲ ਡਾਕਟਰ ਦਾ ਮੁੰਡਾ 1 ਬਿਗ ਬ੍ਰਾਂਡ ਸੀ, ਬਹੁਤ ਵਧੀਆ ਇੱਕ ਵੱਡੀ ਹਿੱਟ ਸੀਗੀ ਸਾਰੀ ਇੰਡਸਟਰੀ ਲਈ। ਅਸੀਂ ਸਾਰੇ ਜਦੋਂ ਇੱਕ ਇੰਡਸਟਰੀ ਦਾ ਪਾਰਟ ਹੈ, ਤੁਸੀਂ ਸਾਰੇ ਵਿੱਚ, ਤਾਂ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਇੱਕ ਕੋਈ ਪ੍ਰੋਜੈਕਟ ਇਸ ਲੈਵਲ ਤੱਕ ਪਹੁੰਚਦਾ ਕਿ ਉਹ ਸੀਕੁਅਲ ਬਣਦੇ ਨੇ ਤਾਂ ਸਾਰਿਆਂ ਨੂੰ ਖੁਸ਼ੀ ਵੀ ਹੁੰਦੀ ਹੈ ਤੇ ਜੀ ਵੀ ਕਰਦਾ ਕਿ ਉਹਦੇ ਨਾਲ ਜੁੜੋ। ਸੋ ਮੇਰੇ ਇੱਕ ਦਿਲ ਦੀ ਖੁਆਇਸ਼ ਵੀ ਸੀ ਇਸ ਟੀਮ ਨਾਲ ਜੁੜਨਾ। ਤੇ ਜੇ ਆਪਾਂ ਇੱਕ ਸਮਾਜਿਕ ਤੌਰ ਤੇ ਗੱਲ ਕਰੀਏ ਕਿ ਫਿਲਮਾਂ ਦਾ ਫਾਇਦਾ ਕੀ ਹੈ, ਇਹਨਾਂ ਫਿਲਮਾਂ ਦਾ ਫਾਇਦਾ ਐਂਟਰਟੇਨਮੈਂਟ ਤੋਂ ਵੱਧ ਗਿਆ ਜੀ, ਕਿਉਂਕਿ ਇਸ ਦਾ ਲੌਂਗ ਰਨ ਜਦੋਂ ਅਸੀਂ ਸਾਰੇ ਬੁੱਢੇ ਹੋਵਾਂਗੇ ਅਸੀਂ ਕਦੇ ਨਾ ਕਦੇ ਸੋਚਾਂਗੇ ਕਿ ਅਸੀਂ ਕੀ ਕੰਟਰੀਬਿਊਟ ਕੀਤਾ। ਆਹ ਸਾਡਾ ਇੱਕ ਜ਼ਰੀਆ ਜੀ ਕੰਟਰੀਬਿਊਟ ਕਰਨ ਦਾ। ਨਸ਼ੇ ਦੀ ਗੱਲ ਸਾਰੇ ਕਰਦੇ ਆ ਜੀ, ਸੱਚ ਹੈ ਪੰਜਾਬ ਦਾ ਜਿਹੜਾ ਆਪਾਂ ਸਾਰਿਆਂ ਨੂੰ ਮੰਨਣਾ ਪੈਣਾ। ਜਦੋਂ ਆਪਾਂ ਉਹਨੂੰ ਮੰਨਾਂਗੇ ਤਾਂ ਹੀ ਕੋਈ ਬਦਲਾਅ ਲਿਆ ਸਕਦਾ। ਬਾਕੀ ਪੰਜਾਬ ਦਾ ਜਜ਼ਬਾ, ਬਾਈ ਦਾ ਫੇਵਰੇਟ ਇੱਕ ਡਾਇਲੋਗ ਹੈ ਜਿਹੜਾ ਮੈਨੂੰ ਫੇਵਰੇਟ ਲੱਗਿਆ ਇਸ ਫਿਲਮ 'ਚੋਂ, ਉਹ ਕਹਿੰਦਾ ਕਿ ਤੋੜ ਇੰਨੀ ਵੀ ਨਹੀਂ ਲੱਗੀ ਕਿ ਤੋੜ ਨਾ ਸਕੇ। ਸੋ ਇਹ ਸਾਡੀ ਫਿਲਮ ਨੂੰ ਸਮਾਪਤ ਕਰਦਾ ਹੈ, ਇਹ ਬਾਈ ਦੀ ਕਹਾਣੀ ਨੂੰ ਸਮਾਪਤ ਕਰਦਾ ਹੈ ਕਿ ਨਸ਼ਾ ਠੀਕ ਹੈ ਇੱਕ ਪੀਕ ਤੇ ਪਹੁੰਚਿਆ, ਪਰ ਸਾਡੇ 'ਚ ਇੱਕ ਜਜ਼ਬਾ ਹੈਗਾ ਪੰਜਾਬੀਆਂ 'ਚ ਕਿ ਆਪਾਂ ਉਹਨੂੰ ਮੋੜਨੀ ਹੈ। ਸੋ ਸਾਡੀ ਇੱਕ ਮਾੜੀ ਜਿਹੀ ਕੰਟਰੀਬਿਊਸ਼ਨ ਹੈ, ਮਾੜੀ ਜਿਹੀ ਕੋਸ਼ਿਸ਼ ਹੈ। ਤੇ ਫਿਲਮ ਮੈਨੂੰ ਉਮੀਦ ਹੈ, ਮੈਨੂੰ ਪੱਕਾ ਪਤਾ ਜੀ ਲੋਕਾਂ ਨੂੰ ਬਹੁਤ ਪਸੰਦ ਆਣੀ ਹੈ। ਸੋ ਦੈਟਸ ਆਲ, ਥੈਂਕ ਯੂ ਸੋ ਮਚ। ਤੁਸੀਂ ਸਾਰੇ ਆਏ, ਸਾਡਾ ਟਾਈਮ ਸੁਣਿਆ, ਥੈਂਕ ਯੂ ਸੋ ਮਚ। ਬਲਵਿੰਦਰ ਬੁੱਲਟ ਜੀ ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਪਹਿਲਾਂ ਤਾਂ ਬਾਈ ਮਿੰਟੂ ਦੀ ਕਿਤਾਬ ਪੜ੍ਹੀ ਹੁੰਦੀ ਸੀ, ਤੁਸੀਂ ਕਿਸੇ ਕੋਲੇ ਪਈ ਹੋਣੀ ਹੈ ਕਿ ਇਹਨੇ ਡਾਕਟਰ ਦਾ ਮੁੰਡਾ ਕੌਣ ਹੈ ਯਾਰ ਇਹ, ਜਿਹਦੇ ਕੋਲ ਦੇਖਿਆ ਹਰੇਕ ਕੋਲ ਕਿਤਾਬ ਨਹੀਂ। ਮੈਂ ਲਿਟਰੇਚਰ ਨਾਲ ਜ਼ਿਆਦਾ ਜੁੜਿਆ ਹੋਇਆ ਸੀ ਤੇ ਲਿਟਰੇਚਰ ਵਾਲੇ ਬੰਦੇ ਨੂੰ ਨਾ ਜਦੋਂ ਕਹਿੰਦੇ ਡਾਕਟਰ ਦਾ ਮੁੰਡਾ ਇਹ ਕੈਸਾ ਟਾਈਟਲ ਹੋਇਆ ਵੀ ਇਹ ਕਿਤਾਬ ਨਹੀਂ ਹੋ ਸਕਦੀ ਵਧੀਆ, ਇਹ ਜਿਹਾ ਕਿਹੜਾ ਟਾਈਟਲ ਹੋਇਆ। ਉਹ ਜਦੋਂ ਮੇਰੇ ਹੋਸਟਲ ਸੀ ਮੁੰਡਾ ਨੇ ਪੜ੍ਹਿਆ, ਕਹਿੰਦਾ ਬਾਈ ਐਂ ਕਰਕੇ ਇੱਕ ਬੰਦਾ ਸੀ ਉਹ ਸੱਚੀ ਮੁੱਚੀ ਨਸ਼ਾ ਕਰਦਾ ਸੀ ਤੇ ਉਹਨੇ ਨਸ਼ਾ ਛੱਡਿਆ ਤੇ ਮੈਂ ਜਿਉਂਦਾ ਹੋ ਗਿਆ। ਹਾਂ ਬਾਈ ਉਹ ਉਸ ਤੋਂ ਬਾਅਦ ਉਹਦੇ ਫਿਲਮ ਬਣੀ। ਫਿਲਮ ਉਹ ਮੇਰੇ ਨਾਲ ਜਿਹੜੀ ਜੁੜੀ ਹੋਈ ਸੀ, ਮੇਰੇ ਦਿਮਾਗ 'ਚ ਸੀ ਗੱਲ ਵੀ ਅੱਛਾ ਇਹ ਫਿਲਮ ਬਣ ਗਈ। ਫਿਲਮ ਬਹੁਤ ਵਧੀਆ ਰਹੀ ਤੇ ਉਸ ਸਮੇਂ 'ਚ ਮੈਂ ਨਾਲ ਨਾਲ ਸਿਨੇਮੇ 'ਚ ਥੋੜ੍ਹਾ ਕੰਮ ਕਰਨਾ ਸ਼ੁਰੂ ਕਰ ਲਿਆ ਸੀ। ਤੇ ਜਦੋਂ ਮੈਨੂੰ ਦੁਬਾਰਾ ਜਦੋਂ ਦੂਜੀ ਫਿਲਮ ਬਣੀ ਮੈਨੂੰ ਸੱਦਿਆ ਤੇ ਮੈਂ ਹੈਰਾਨ ਹੋਇਆ ਵੀ ਮੈਂ ਉਹ ਜਿਹੜੀ ਕਿਤਾਬ ਨੂੰ ਪਹਿਲੀ ਵਾਰ ਐਂ ਪਾਸੇ ਮਾਰਿਆ ਸੀ ਉਹ ਆ ਗਿਆ ਅੱਛਾ ਕਿਹੜੀ ਫਿਲਮ ਕਿਤਾਬ ਹੈ ਯਾਰ ਮੈਂ ਉਸ ਟਾਈਟਲ ਦਾ ਹਿੱਸਾ ਬਣ ਗਿਆ। ਤੇ ਦੂਜੀ ਗੱਲ ਹੁੰਦੀ ਹੈ ਕਿ ਕੋਈ ਚੀਜ਼ ਜਿਵੇਂ ਇਹਦੇ ਲਿਖਿਆ ਕਿਤਾਬ ਤੇ ਲਿਖਿਆ ਸਬੂਤ 9th ਐਡੀਸ਼ਨ
ਨੌਵੇਂ ਐਡੀਸ਼ਨ ਦਾ ਮਤਲਬ ਇਹ ਹੈ ਕਿ ਪਹਿਲੀ ਵਾਰੀ ਛਪੀ, ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਛਪੀ ਜਾ ਰਹੀ ਹੈ। ਕਾਰਨ ਕੀ ਹੈ? ਇਹਦੇ 'ਚ ਕੋਈ ਗੱਲ ਹੋਊਗੀ। ਜਦੋਂ ਹਵਾ 'ਚ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਕਹਿੰਦੇ ਯਾਰ ਠੀਕ ਹੈ, ਇਹਨੂੰ ਤੀਰ ਮਾਰਿਆ, ਹਵਾ 'ਚ ਉੱਡ ਗਿਆ, ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਗੱਲ ਕਿਸੇ ਹਕੀਕਤ 'ਚੋਂ ਕੀਤੀ ਜਾਂਦੀ ਹੈ, ਜਿਹਦਾ ਕੋਈ ਰੈਫਰੈਂਸ ਹੁੰਦਾ ਸਾਡੀ ਸੋਸਾਇਟੀ ਦੇ ਵਿੱਚ, ਖਾਸ ਕਰਕੇ ਬਾਈ ਮੰਗਾ ਸਾਡੇ ਨਾਲ ਬੈਠਾ ਤੇ ਮੈਨੂੰ ਵੀ ਹੈਰਾਨੀ ਹੋਈ, ਬਾਈ ਨੇ ਜਦੋਂ ਬੈਠ ਕੇ ਗੱਲ ਦੱਸੀ ਵੀ ਏਦਾਂ ਹੋਇਆ ਮੈਂ, ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਕੋਈ ਬੰਦਾ ਕਿਸੇ ਗਲਤ ਪਾਸੇ ਵੱਲ ਚਲਾ ਗਿਆ, ਉਹਨੇ ਮਰਨਾ, ਉਹਦਾ ਤੈਅ ਹੈ ਵੀ ਇਹ ਨਹੀਂ ਮੁੜਦਾ। ਨਾ ਬਣਿਆ ਹੋਇਆ ਸੋਸਾਇਟੀ 'ਚ ਮਾੜਾ ਜਿਹਾ ਵੀ ਬੰਦਾ ਗਲਤ ਪਾਸੇ ਕਿਸ ਗਿਆ, ਇਹ ਤਾਂ ਗਿਆ ਬਾਈ, ਇਹ ਨਹੀਂ ਮੁੜਦਾ। ਪਰ ਜਿਹੜੇ ਬੰਦੇ ਉਹਦੇ ਵਿੱਚੋਂ ਗਏ, ਉਸ ਦਲਦਲ ਦੇ ਵਿੱਚ ਬੜੇ, ਫਿਰ ਨਿਕਲਣ ਦਾ ਉਹਦਾ ਸਟਰਗਲ, ਫਿਰ ਜਿਉਂਦੇ ਹੋ ਕੇ ਉਹਨਾਂ ਨੇ ਇੰਸਪੀਰੇਸ਼ਨਲ ਕੰਮ ਕੀਤੇ, ਉਹਨਾਂ ਨੇ ਦਿਖਾਇਆ ਵੀ ਭਾਈ ਤੁਸੀਂ ਵੀ ਬਚ ਸਕਦੇ ਹੋ। ਜਦੋਂ ਸਿਨੇਮਾ ਇਸ ਚੀਜ਼ਾਂ ਦੇ ਰੈਫਰੈਂਸ ਲੈਂਦਾ, ਸਮਝ ਲਓ ਉਹਦੇ 'ਚ ਅਮੀਰੀ ਆ ਰਹੀ ਹੈ, ਉਹਦੇ 'ਚ ਤਾਕਤ ਆ ਰਹੀ ਹੈ, ਉਹ ਕੋਈ ਵਧੀਆ ਗੱਲ ਕਰਨ ਦੇ ਕਾਬਿਲ ਹੋ ਗਿਆ। ਤੇ ਸਾਡੇ ਵਰਗੇ ਕਲਾਕਾਰਾਂ ਲਈ ਉਦੋਂ ਖੁਸ਼ੀ ਦੀ ਗੱਲ ਹੁੰਦੀ ਹੈ, ਅਸੀਂ ਇਹੋ ਜਿਹੇ ਸਿਨੇਮੇ ਦਾ ਹਿੱਸਾ ਬਣਦੇ ਹਾਂ, ਇਹੋ ਜਿਹੇ ਕਿਰਦਾਰ ਪੇਸ਼ ਕਰਦੇ ਹਾਂ। ਜਿਵੇਂ ਮੈਂ ਕਰੈਕਟਰ ਕੀਤਾ ਉਹਦੇ ਨਾਲ ਸੁੱਖੀ ਲੱਗਣਾ, ਮੈਂ ਬਾਈ ਨੂੰ ਪੁੱਛਿਆ, ਮੈਂ ਬਾਈ ਹੈਗਾ ਉਹ, ਕਹਿੰਦੇ ਬਾਈ ਆਸਟ੍ਰੇਲੀਆ ਬੈਠਾ ਹੋ। ਤੇ ਮਤਲਬ ਇਹੋ ਜਿਹੇ ਬੰਦੇ ਜਿਹੜੇ ਲੱਗਦਾ ਨਹੀਂ ਸੀ ਵੀ ਇਹ ਨਹੀਂ ਮੁੜਦੇ, ਪਰ ਉਹ ਮੁੜ ਆਏ। ਕਿੰਨੀ ਕਮਾਲ ਦੀ ਗੱਲ ਹੈ। ਤੇ ਮੈਨੂੰ ਖੁਸ਼ੀ ਹੈ। ਤੇ ਜਿਹੜੀਆਂ ਕਿਤਾਬਾਂ, ਕਿਉਂਕਿ ਅੱਜ ਕੱਲ੍ਹ ਪੜ੍ਹਨ ਦਾ ਰਿਵਾਜ ਉਹਨਾਂ ਹੈ ਨਹੀਂ, ਇਹਦੇ ਬਾਵਜੂਦ ਵੀ ਕਿਤਾਬ 9th ਐਡੀਸ਼ਨ 'ਚ ਜਾ ਰਹੀ ਹੈ। ਡਾਕੂਆਂ ਦਾ ਮੁੰਡਾ ਜਿਹੜੀ ਕਿਤਾਬ ਹੈ ਉਹ ਅੱਜ ਤੱਕ ਵੀ ਲੋਕ ਪੜ੍ਹ ਰਹੇ ਆ, ਵਿਕ ਰਹੀ ਹੈ, ਨਵੇਂ ਐਡੀਸ਼ਨ ਛਪ ਰਹੇ ਹੈ। ਤਾਂ ਇਹ ਗੱਲ ਲੋਕਾਂ ਦੇ ਦਿਲ ਤੱਕ ਜਾਊਗੀ, ਕਬੂਲ ਕਰਨਗੇ, ਔਰ ਇਹ ਤੋਂ ਇੰਸਪੀਰੇਸ਼ਨ ਲੈ ਕੇ ਬਹੁਤ ਸਾਰੇ ਲੋਕ ਚੇਂਜ ਹੋਣਗੇ ਮੈਨੂੰ ਲੱਗਦਾ। ਔਰ ਮੁਬਾਰਕ ਹੈ ਬਾਈ ਹੋਰਾਂ ਨੂੰ, ਤੁਹਾਨੂੰ ਸਾਰਿਆਂ ਨੂੰ, ਕਿ ਵਧੀਆ ਸਿਨੇਮਾ ਜਿਹੜਾ ਆਪਣਾ ਪੈਰ ਜਮਾਇਆ। ਜੀ।